ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਤੇ ਮੈਂ ਹਾਂ ਜੱਜ ਸਿੰਘ ਚਾਹਲ। ਅੱਜ ਦੇ ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਮਾਨ ਸਰਕਾਰ ਦੀ, ਜਿਸ ਦੇ ਵੱਲੋਂ ਝੂਠੇ ਕੇਸਾਂ ਨੂੰ ਲੈ ਕੇ ਇੱਕ ਜਾਂਚ ਕਮਿਸ਼ਨ ਬਣਾਇਆ ਜਾ ਸਕਦਾ ਹੈ। ਅਰਵਿੰਦ ਕੇਜਰੀਵਾਲ ਦੇ ਦਾਅਵੇ ਤੇ ਪੰਜਾਬ ਦੀ ਸਿਆਸਤ ਭਖ ਗਈ ਹੈ। ਨਵਜੋਤ ਸਿੰਘ ਸਿੱਧੂ ਪੂਰੀ ਤਰ੍ਹਾਂ ਐਕਸ਼ਨ ਮੋਡ ਦੇ ਵਿੱਚ ਆ ਗਏ ਨੇ। ਮੋਦੀ ਰਾਜ ਦੇ ਵਿੱਚ ਅਡਾਨੀ ਦੀ ਬੱਲੇ-ਬੱਲੇ ਹੋ ਗਈ ਹੈ। ਉਹ ਕਿਵੇਂ, ਤੁਹਾਨੂੰ ਸਾਰਾ ਕੁਝ ਦੱਸਾਂਗੇ। ਪਰ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਭਗਵੰਤ ਮਾਨ ਦੀ ਸਰਕਾਰ ਤੋਂ। ਮਾਨ ਸਰਕਾਰ ਦੇ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੇ ਫੈਸਲੇ ਲਏ ਜਾ ਰਹੇ ਨੇ ਅਤੇ ਹੁਣ ਖਬਰਾਂ ਆ ਰਹੀਆਂ ਨੇ ਕਿ ਪਿਛਲੇ 10 ਸਾਲਾਂ ਦੇ ਵਿੱਚ ਦਰਜ ਕੀਤੇ ਗਏ ਝੂਠੇ ਕੇਸਾਂ ਨੂੰ ਲੈ ਕੇ ਮਾਨ ਸਰਕਾਰ ਦੇ ਵੱਲੋਂ ਇੱਕ ਜਾਂਚ ਕਮਿਸ਼ਨ ਬਣਾਇਆ ਜਾ ਸਕਦਾ ਹੈ। ਆਮ ਆਦਮੀ ਪਾਰਟੀ ਦੇ ਵੱਲੋਂ ਪਿਛਲੇ ਕਈ ਸਾਲਾਂ ਤੋਂ ਅਜਿਹੇ ਇਲਜ਼ਾਮ ਵਿਰੋਧੀ ਪਾਰਟੀਆਂ ਤੇ ਲਾਏ ਜਾ ਰਹੇ ਨੇ ਕਿ ਜਾਣਬੁੱਝ ਕੇ ਸਿਆਸੀ ਬਦਲਾਖੋਰੀ ਦੇ ਤਹਿਤ ਪੁਲਿਸ ਨੂੰ ਹੱਥਕੰਡੇ ਵਜੋਂ ਵਰਤ ਕੇ ਪਿਛਲੀਆਂ ਸਰਕਾਰਾਂ ਦੇ ਵੱਲੋਂ ਬਹੁਤ ਸਾਰੇ ਵੱਡੀ ਗਿਣਤੀ ਦੇ ਵਿੱਚ ਝੂਠੇ ਪਰਚੇ ਦਰਜ ਕੀਤੇ ਗਏ ਨੇ ਅਤੇ ਹੁਣ ਜਦੋਂ ਆਮ ਆਦਮੀ ਪਾਰਟੀ ਆਪ ਸਰਕਾਰ ਦੇ ਵਿੱਚ ਆ ਗਈ ਹੈ ਤਾਂ ਅਜਿਹੇ ਝੂਠੇ ਕੇਸਾਂ ਦੀ ਜਾਂਚ ਕਰਨ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਇੱਕ ਜਾਂਚ ਕਮਿਸ਼ਨ ਬਣਾਇਆ ਜਾ ਸਕਦਾ ਹੈ। ਜੇਕਰ ਤੁਹਾਨੂੰ ਜਾਣਕਾਰੀ ਦਈਏ ਤਾਂ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਅਤੇ ਮੁੱਖ ਮੰਤਰੀ ਬਣਦਿਆਂ ਸਾਰ ਹੀ ਉਹਨਾਂ ਦੇ ਵੱਲੋਂ ਵੀ ਅਜਿਹਾ ਹੀ ਇੱਕ ਕਮਿਸ਼ਨ ਜਸਟਿਸ ਮਹਿਤਾਬ ਸਿੰਘ ਗਿੱਲ ਦੀ ਅਗਵਾਈ ਦੇ ਵਿੱਚ ਬਣਾ ਦਿੱਤਾ ਗਿਆ ਸੀ। ਉਸ ਤੋਂ ਬਾਅਦ ਜਸਟਿਸ ਮਹਿਤਾਬ ਦੇ ਇਸ ਕਮਿਸ਼ਨ ਦੇ ਵੱਲੋਂ ਬਹੁਤ ਸਾਰੇ ਅਜਿਹੇ ਕੇਸਾਂ ਦਾ ਖੁਲਾਸਾ ਕੀਤਾ ਗਿਆ ਸੀ ਜਿਸ ਨੂੰ ਕਿ ਬਿਲਕੁਲ ਝੂਠੇ ਕੇਸ ਦੱਸ ਦਿੱਤਾ ਗਿਆ ਸੀ ਅਤੇ ਉਹਨਾਂ ਨੂੰ ਖਾਰਜ ਵੀ ਕਰ ਦਿੱਤਾ ਗਿਆ ਸੀ ਕੈਪਟਨ ਸਰਕਾਰ ਦੇ ਵੱਲੋਂ। ਅਤੇ ਹੁਣ ਉਹੀ ਕੰਮ ਮਾਨ ਸਰਕਾਰ ਦੇ ਵੱਲੋਂ ਵੀ ਕੀਤਾ ਜਾ ਸਕਦਾ ਹੈ। ਇੱਕ ਕਮਿਸ਼ਨ ਬਣਾਇਆ ਜਾ ਸਕਦਾ ਹੈ ਅਤੇ ਇਹ ਕਮਿਸ਼ਨ ਪੂਰੀ ਤਰ੍ਹਾਂ 10 ਸਾਲਾਂ ਦੇ ਕੇਸਾਂ ਦੀ ਜਾਂਚ ਕਰੇਗਾ ਅਤੇ ਜਿਹੜੇ ਵੀ ਝੂਠੇ ਕੇਸ ਪਾਏ ਜਾਣਗੇ ਸਿਆਸੀ ਬਦਲਾਖੋਰੀ ਦੇ ਤਹਿਤ ਐਵੇਂ ਕੇਸ ਦਰਜ ਕੀਤੇ ਹੋਣਗੇ ਉਹਨਾਂ ਕੇਸਾਂ ਨੂੰ ਖਾਰਜ ਕਰਨ ਦਾ ਅਧਿਕਾਰ ਵੀ ਇਹ ਕਮਿਸ਼ਨ ਰੱਖਦਾ ਹੋਏਗਾ। ਅਜਿਹੀ ਜਾਣਕਾਰੀ ਸਾਹਮਣੇ ਆ ਰਹੀ ਹੈ। ਆਮ ਆਦਮੀ ਪਾਰਟੀ ਦੇ ਵੱਲੋਂ ਕਾਂਗਰਸ ਅਤੇ ਅਕਾਲੀ ਦਲ ਤੇ ਬਦਲਾਖੋਰੀ ਦੀ ਨੀਤੀ ਦੇ ਤਹਿਤ ਕੰਮ ਕਰਨ ਦਾ ਇਲਜ਼ਾਮ ਲਾਇਆ ਜਾਂਦਾ ਸੀ ਅਤੇ ਹੁਣ ਆਪ ਦੀ ਸਰਕਾਰ ਦੇ ਵੱਲੋਂ ਅਜਿਹਾ ਕਮਿਸ਼ਨ ਬਣਾਇਆ ਜਾ ਸਕਦਾ ਹੈ। ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਹੁਣ ਇਹ ਕਮਿਸ਼ਨ ਕਿੰਨਾ ਦੀ ਅਗਵਾਈ ਦੇ ਵਿੱਚ ਬਣਾਇਆ ਜਾਂਦਾ ਹੈ ਅਤੇ ਕਿੰਨਾ ਸਮਾਂ ਕੰਮ ਕਰੇਗਾ, ਕਿਹੜੇ-ਕਿਹੜੇ ਕੇਸਾਂ ਦੀ ਜਾਂਚ ਕਰੇਗਾ, ਕਿਹੜੇ ਕੇਸ ਝੂਠੇ ਨਿਕਲਦੇ ਨੇ, ਇਸ ਤੇ ਵੀ ਸਭ ਦੀਆਂ ਨਿਗਾਹਾਂ ਬਣੀਆਂ ਰਹਿਣਗੀਆਂ। ਪਰ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਸਿਰਫ 10 ਸਾਲ ਤੱਕ ਹੀ ਨਹੀਂ, ਜੇਕਰ ਲੋੜ ਪਈ ਤਾਂ 10 ਸਾਲ ਤੋਂ ਪਿੱਛੇ ਜਾ ਕੇ ਵੀ ਕੇਸਾਂ ਦੀ ਜਾਂਚ ਕੀਤੀ ਜਾ ਸਕਦੀ ਹੈ ਕਿ ਕਿਸੇ ਝੂਠੇ ਕੇਸ ਦੇ ਵਿੱਚ ਕਿਸੇ ਨੂੰ ਫਸਾਇਆ ਤਾਂ ਨਹੀਂ ਗਿਆ। ਮਾਨ ਸਰਕਾਰ ਦੇ ਵੱਲੋਂ ਇਹ ਬਹੁਤ ਵੱਡਾ ਕਦਮ ਚੁੱਕਿਆ ਜਾ ਸਕਦਾ ਹੈ। ਅਗਲੀ ਖਬਰ ਦੇ ਵੱਲ ਵਧਦੇ ਹਾਂ। ਅਗਲੀ ਖਬਰ ਡੀਜੇ ਤੇ ਵੱਜਣ ਵਾਲੇ ਗਾਣਿਆਂ ਦੇ ਨਾਲ ਜੁੜੀ ਹੋਈ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਸਾਰ ਹੀ ਪ੍ਰਸ਼ਾਸਨ ਦੇ ਵਿੱਚ ਵੀ ਹਲਚਲ ਹੋਣ ਲੱਗ ਪਈ ਹੈ। ਹੁਣ ਏਡੀਜੀਪੀ ਲਾਅ ਐਂਡ ਆਰਡਰ ਦੇ ਵੱਲੋਂ ਜ਼ਿਲ੍ਹਿਆਂ ਦੇ ਐਸਐਸਪੀ ਨੂੰ ਇੱਕ ਨੋਟਿਸ ਕੱਢ ਦਿੱਤਾ ਗਿਆ ਹੈ। ਆਦੇਸ਼ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਹੁਕਮ ਦੇ ਦਿੱਤਾ ਗਿਆ ਹੈ ਕਿ ਉਹ ਆਪਣੇ ਆਸ-ਪਾਸ ਡੀਜਿਆਂ ਤੇ ਨਿਗਾਹ ਰੱਖਣਗੇ ਕਿ ਕੋਈ ਗਲਤ ਗੀਤ ਤਾਂ ਨਹੀਂ ਚਲਾਉਂਦਾ, ਅਸ਼ਲੀਲ ਗੀਤ ਤਾਂ ਨਹੀਂ ਚਲਾਉਂਦਾ, ਭੜਕਾਊ ਅਤੇ ਹਥਿਆਰਾਂ ਵਾਲੇ, ਸ਼ਰਾਬ ਵਾਲੇ, ਨਸ਼ਿਆਂ ਵਾਲੇ ਗੀਤ ਤਾਂ ਨਹੀਂ ਚਲਾਉਂਦਾ ਹੈ। ਜੇਕਰ ਕੋਈ ਡੀਜੇ ਤੇ ਅਜਿਹੇ ਗੀਤ ਚਲਾਉਂਦਾ ਹੈ ਤਾਂ ਉਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਅਜਿਹੇ ਹੁਕਮ ਏਡੀਜੀਪੀ ਲਾਅ ਐਂਡ ਆਰਡਰ ਦੇ ਵੱਲੋਂ ਐਸਐਸਪੀਜ਼ ਨੂੰ ਜਾਰੀ ਕਰ ਦਿੱਤੇ ਗਏ ਨੇ। ਇਸ ਦੇ ਪਿੱਛੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉਹਨਾਂ ਹੁਕਮਾਂ ਦਾ ਵੀ ਹਵਾਲਾ ਦਿੱਤਾ ਗਿਆ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਡੀਜਿਆਂ ਤੇ ਅਜਿਹੇ ਗੀਤ ਨਹੀਂ ਵੱਜਣੇ ਚਾਹੀਦੇ। ਪਿਛਲੇ ਕੁਝ ਸਮੇਂ ਤੋਂ ਅਜਿਹੀ ਮੰਗ ਉੱਠ ਰਹੀ ਹੈ ਕਿ ਜਿਹੜੇ ਗਲਤ ਗੀਤ ਨੇ, ਖਾਸ ਤੌਰ ਤੇ ਨਸ਼ੇ ਨੂੰ ਪ੍ਰਮੋਟ ਕਰਨ ਵਾਲੇ ਅਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ, ਜਿਹੜੇ ਕਿ ਪੰਜਾਬ ਦੀ ਜਵਾਨੀ ਨੂੰ ਲੀਹੋਂ ਲਾ ਰਹੇ ਨੇ, ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਕੈਪਟਨ ਸਰਕਾਰ ਦੇ ਵੱਲੋਂ ਵੀ ਅਜਿਹੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਪਰ ਕੁਝ ਜ਼ਿਆਦਾ ਕਾਮਯਾਬ ਨਹੀਂ ਹੋ ਸਕੀ ਸੀ ਪਿਛਲੀ ਸਰਕਾਰ। ਹੁਣ ਮਾਨ ਸਰਕਾਰ ਦੇ ਵੱਲੋਂ ਵੀ ਇਸ ਵੱਲ ਕਦਮ ਵਧਾਇਆ ਜਾ ਰਿਹਾ ਹੈ। ਕਿੰਨੀ ਕੁ ਕਾਮਯਾਬ ਹੁੰਦੀ ਹੈ ਮਾਨ ਸਰਕਾਰ, ਇਸ ਤੇ ਵੀ ਸਭ ਦੀਆਂ ਨਿਗਾਹਾਂ ਬਣੀਆਂ ਰਹਿਣਗੀਆਂ। ਅਗਲੀ ਖਬਰ ਦੇ ਵੱਲ ਵਧਦੇ ਹਾਂ। ਅਗਲੀ ਖਬਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਹਨੀ ਦੇ ਨਾਲ ਜੁੜੀ ਹੋਈ ਹੈ। 18 ਜਨਵਰੀ ਨੂੰ ਭੁਪਿੰਦਰ ਹਨੀ ਦੇ ਕੋਲੋਂ ਅਤੇ ਉਸਦੇ ਸਾਥੀਆਂ ਦੇ ਕੋਲੋਂ 10 ਕਰੋੜ ਰੁਪਇਆ ਨਕਦ ਫੜਿਆ ਗਿਆ ਸੀ ਅਤੇ ਹੋਰ ਵੀ ਕਈ ਤਰ੍ਹਾਂ ਦੇ ਕਾਗਜ਼ਾਤ ਫੜੇ ਗਏ ਸਨ, ਜਿਸ ਤੋਂ ਬਾਅਦ ਭੁਪਿੰਦਰ ਹਨੀ ਨੂੰ ਵੀ ਫੜ ਲਿਆ ਗਿਆ ਸੀ ਅਤੇ ਹੁਣ ਜਲੰਧਰ ਦੀ ਅਦਾਲਤ ਦੇ ਵਿੱਚ ਈਡੀ ਦੇ ਵੱਲੋਂ ਭੁਪਿੰਦਰ ਹਨੀ ਦੇ ਖਿਲਾਫ ਚਾਰਜਸ਼ੀਟ ਦਾਖਲ ਕਰ ਦਿੱਤੀ ਗਈ ਹੈ। ਇਸ ਦਾ ਮਤਲਬ ਹੈ ਕਿ ਭੁਪਿੰਦਰ ਹਨੀ ਦੀਆਂ
ਮੁਸ਼ਕਲਾਂ ਰੁਕਣਗੀਆਂ ਨਹੀਂ, ਸਗੋਂ ਹੋਰ ਵੀ ਵਧਣਗੀਆਂ ਅਤੇ ਹਨੀ ਦੇ ਨਾਲ ਚੰਨੀ ਵੀ ਜੁੜੇ ਹੋਏ ਨੇ, ਕਿਉਂਕਿ ਚੰਨੀ ਦਾ ਹਨੀ ਹੀ ਸਿਆਸੀ ਵਿਰੋਧੀਆਂ ਦੇ ਵੱਲੋਂ ਕਿਹਾ ਜਾਂਦਾ ਸੀ। ਚੋਣਾਂ ਦੇ ਵਿੱਚ ਵੀ ਚਰਨਜੀਤ ਸਿੰਘ ਚੰਨੀ ਦਾ ਕਾਂਗਰਸ ਪਾਰਟੀ ਦਾ ਕਾਫੀ ਵੱਡੇ ਪੱਧਰ ਤੇ ਨੁਕਸਾਨ ਇਸ ਕੇਸ ਨੂੰ ਲੈ ਕੇ ਹੋਇਆ ਸੀ ਅਤੇ ਚੋਣਾਂ ਹਾਰਨ ਤੋਂ ਬਾਅਦ ਬਹੁਤ ਸਾਰੇ ਕਾਂਗਰਸੀਆਂ ਨੇ ਵੀ ਇਸੇ ਨੂੰ ਹੀ ਕਾਰਨ ਦੱਸਿਆ ਕਿ ਸਾਡਾ ਜਿਹੜਾ ਮੁੱਖ ਮੰਤਰੀ ਦਾ ਉਮੀਦਵਾਰ ਸੀ, ਉਸ ਦੇ ਰਿਸ਼ਤੇਦਾਰ ਤਾਂ ਜੇਲ੍ਹ ਦੇ ਵਿੱਚ ਸਨ, ਉਹ ਪੈਸੇ ਦੇ ਮਸਲੇ ਦੇ ਵਿੱਚ ਫੜੇ ਗਏ ਸਨ, ਗੈਰ ਕਾਨੂੰਨੀ ਰੇਤ ਮਾਈਨਿੰਗ ਦੇ ਵਿੱਚ ਫੜੇ ਗਏ ਸਨ। ਇਸੇ ਕਰਕੇ ਲੋਕਾਂ ਦੇ ਵਿੱਚ ਗਲਤ ਸੰਦੇਸ਼ ਗਿਆ ਅਤੇ ਸਾਡੀ ਹਾਰ ਹੋਈ ਹੈ ਅਤੇ ਹੁਣ ਚਾਰਜਸ਼ੀਟ ਦਾਖਲ ਕਰ ਦਿੱਤੀ ਗਈ ਹੈ ਭੁਪਿੰਦਰ ਹਣੀ ਦੇ ਖਿਲਾਫ। ਹੁਣ ਕੋਰਟ ਕੀ ਰੁਖ ਅਖਤਿਆਰ ਕਰਦਾ ਹੈ, ਕੇਸ ਦੇ ਵਿੱਚ ਅੱਗੇ ਕੀ ਕੁਝ ਬਣਦਾ ਹੈ, ਇਹ ਤੇ ਵੀ ਚਰਨਜੀਤ ਸਿੰਘ ਚੰਨੀ ਦਾ ਵੀ ਸਿਆਸੀ ਭਵਿੱਖ ਨਿਰਭਰ ਕਰੇਗਾ। ਭਾਵੇਂ ਕਿ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਤੋਂ ਪੱਲਾ ਝਾੜ ਲਿਆ ਸੀ, ਪਹਿਲਾਂ ਕਿਹਾ ਸੀ ਕਿ ਸਿਆਸੀ ਬਦਲਾਖੋਰੀ ਹੋ ਰਹੀ ਹੈ, ਬਾਅਦ ਦੇ ਵਿੱਚ ਕਹਿ ਦਿੱਤਾ ਕਿ ਮੇਰੀ ਗਲਤੀ ਇੰਨੀ ਹੈ ਕਿ ਮੈਂ ਆਪਣੇ ਰਿਸ਼ਤੇਦਾਰਾਂ ਦਾ ਧਿਆਨ ਨਹੀਂ ਰੱਖਿਆ ਅਤੇ ਹੁਣ ਇਸ ਕੇਸ ਦੇ ਵਿੱਚ ਕੀ ਬਣਦਾ ਹੈ, ਇਸ ਤੇ ਵੀ ਚਰਨਜੀਤ ਸਿੰਘ ਚੰਨੀ ਦਾ ਸਿਆਸੀ ਭਵਿੱਖ ਨਿਰਭਰ ਕਰ ਸਕਦਾ ਹੈ। ਅਗਲੀ ਖਬਰ ਦੇ ਵੱਲ ਵਧਦੇ ਹਾਂ। ਅਗਲੀ ਖਬਰ ਬੀਜੇਪੀ ਲੀਡਰ ਤੇਜਿੰਦਰਪਾਲ ਸਿੰਘ ਬੱਗਾ ਦੇ ਨਾਲ ਜੁੜੀ ਹੋਈ ਹੈ। ਤੇਜਿੰਦਰ ਬੱਗਾ ਬੀਜੇਪੀ ਦੇ ਦਿੱਲੀ ਦੇ ਲੀਡਰ ਨੇ, ਉਹ ਐਮਐਲਏ ਦੀ ਇਲੈਕਸ਼ਨ ਵੀ ਦਿੱਲੀ ਤੋਂ ਲੜ ਚੁੱਕੇ ਨੇ, ਭਾਰਤੀ ਜਨਤਾ ਪਾਰਟੀ ਦੇ ਉਹ ਬੁਲਾਰੇ ਵੀ ਨੇ, ਪਰ ਉਹਨਾਂ ਦੇ ਵੱਲੋਂ ਕਈ ਵਿਵਾਦਤ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ। ਕਸ਼ਮੀਰ ਫਾਈਲ ਫਿਲਮ ਹੈ, ਉਸ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਕੁਝ ਟਿੱਪਣੀਆਂ ਕੀਤੀਆਂ ਗਈਆਂ ਸਨ, ਜਿਸ ਤੋਂ ਬਾਅਦ ਗਾਲਾਂ ਕੱਢ ਦਿੱਤੀਆਂ, ਗਲਤ ਸ਼ਬਦਾਵਲੀ ਵਰਤ ਦਿੱਤੀ। ਤੇਜਿੰਦਰਪਾਲ ਬੱਗਾ ਨੇ ਟਵੀਟ ਕਰਕੇ ਬਹੁਤ ਗਲਤ ਭਾਸ਼ਾ, ਭੱਦੀ ਭਾਸ਼ਾ ਦੀ ਵਰਤੋਂ ਇੱਥੇ ਤੇਜਿੰਦਰ ਬੱਗਾ ਦੇ ਵੱਲੋਂ ਕਰ ਦਿੱਤੀ ਗਈ, ਜਿਸ ਤੋਂ ਬਾਅਦ ਕਈ ਜਗ੍ਹਾ ਤੇ ਤੇਜਿੰਦਰ ਬੱਗਾ ਦੇ ਖਿਲਾਫ ਕੇਸ ਵੀ ਦਰਜ ਹੋ ਗਏ, ਪਰ ਹੁਣ ਮੋਹਾਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਦੇ ਵੱਲੋਂ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ ਅਤੇ ਹੁਣ ਪੁਲਿਸ ਦੇ ਵੱਲੋਂ ਤਲਬ ਕਰ ਲਿਆ ਗਿਆ ਹੈ ਤੇਜਿੰਦਰਪਾਲ ਬੱਗਾ ਨੂੰ ਕਿ ਇੱਥੇ ਆ ਕੇ ਸਾਡੇ ਸਵਾਲਾਂ ਦੇ ਜਵਾਬ ਦਿਓ। ਹੁਣ ਤੇਜਿੰਦਰਪਾਲ ਬੱਗਾ ਦੇ ਪਰਿਵਾਰ ਦਾ ਇਹ ਦਾਅਵਾ ਹੈ ਕਿ ਪੰਜਾਬ ਪੁਲਿਸ ਦਿੱਲੀ ਪਹੁੰਚ ਗਈ ਸੀ ਬੱਗਾ ਨੂੰ ਗ੍ਰਿਫਤਾਰ ਕਰਨ ਦੇ ਲਈ, ਪਰ ਅੰਦਰ ਨਹੀਂ ਆਈ, ਬਾਹਰੋਂ ਬਾਰ ਆਂਡੀਆਂ ਗੁਆਂਢੀਆਂ ਦੇ ਕੋਲੋਂ ਪੁੱਛਗਿੱਛ ਕਰਕੇ ਹੀ ਮੁੜ ਗਈ ਸੀ ਅਤੇ ਹੁਣ ਪੁਲਿਸ ਨੇ ਤਲਬ ਕਰ ਲਿਆ ਹੈ ਤੇਜਿੰਦਰ ਬੱਗਾ ਨੂੰ ਕਿ ਤੁਹਾਡੇ ਖਿਲਾਫ ਪਰਚਾ ਦਰਜ ਹੋ ਗਿਆ ਹੈ, ਆ ਕੇ ਸਾਡੇ ਸਵਾਲਾਂ ਦੇ ਜਵਾਬ ਦਿਓ। ਪੇਸ਼ ਹੋਣ ਲਈ ਕਹਿ ਦਿੱਤਾ ਹੈ ਪੰਜਾਬ ਪੁਲਿਸ ਨੇ, ਮੋਹਾਲੀ ਪੁਲਿਸ ਨੇ। ਤੇਜਿੰਦਰ ਬੱਗਾ ਦੇ ਵੱਲੋਂ ਹੁਣ ਟਵਿੱਟਰ ਤੇ ਇੱਕ ਵੀਡੀਓ ਪਾ ਦਿੱਤੀ ਗਈ ਹੈ ਅਤੇ ਇਸ ਵੀਡੀਓ ਦੇ ਵਿੱਚ ਸਿੱਧੇ ਤੌਰ ਤੇ ਉਹ ਅਰਵਿੰਦ ਕੇਜਰੀਵਾਲ ਨੂੰ ਚੇਤਾਵਨੀ ਦੇ ਰਹੇ ਨੇ। ਉਹਨਾਂ ਨੇ ਸਿੱਧੇ ਤੌਰ ਤੇ ਅਰਵਿੰਦ ਕੇਜਰੀਵਾਲ ਨੂੰ ਕਿਹਾ ਕਿ ਹੁਣ ਤੈਨੂੰ ਸ਼ਾਂਤੀ ਮਿਲ ਗਈ ਹੈ, ਮੇਰੇ ਤੇ ਪਰਚਾ ਦਰਜ ਕਰਵਾ ਦਿੱਤਾ ਹੈ, ਆਪਣੀ ਸਰਕਾਰ ਦਾ ਗਲਤ ਇਸਤੇਮਾਲ ਤੂੰ ਕਰ ਲਿਆ ਹੈ, ਕੋਈ ਗੱਲ ਨਹੀਂ, ਰਾਵਣ ਦਾ ਵੀ ਹੰਕਾਰ ਨਹੀਂ ਰਿਹਾ ਸੀ ਤੇ ਹੰਕਾਰ ਤੇਰਾ ਵੀ ਨਹੀਂ ਰਹਿਣਾ ਹੈ। ਜਿੰਨੀ ਦੇਰ ਤੱਕ ਤੂੰ ਹਿੰਦੂਆਂ ਦੇ ਕੋਲੋਂ ਮੁਆਫੀ ਨਹੀਂ ਮੰਗਦਾ ਹੈ, ਉਨੀ ਦੇਰ ਤੱਕ ਤੇਰੇ ਨੱਕ ਦੇ ਵਿੱਚ ਦਮ ਕਰਕੇ ਰੱਖਾਂਗੇ, ਉਨੀ ਦੇਰ ਤੱਕ ਤੈਨੂੰ ਚੈਨ ਨਾਲ ਨਹੀਂ ਜੀਣ ਦਿੰਦੇ। ਇਹ ਤੂੰ ਸਾਡੇ ਤੇ ਯਕੀਨ ਰੱਖ, ਤੈਨੂੰ ਹਿੰਦੂਆਂ ਤੋਂ ਮੁਆਫੀ ਮੰਗਣੀ ਹੀ ਪਵੇਗੀ। ਤੇਜਿੰਦਰ ਬੱਗਾ ਦਾ ਕਹਿਣਾ ਹੈ ਕਿ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਕਸ਼ਮੀਰੀ ਹਿੰਦੂਆਂ ਦਾ ਮਜ਼ਾਕ ਉਡਾਇਆ ਗਿਆ ਸੀ ਅਰਵਿੰਦ ਕੇਜਰੀਵਾਲ ਦੇ ਵੱਲੋਂ। ਉਹਨਾਂ ਦਾ ਮਜ਼ਾਕ ਉਡਾ ਕੇ ਅਰਵਿੰਦ ਕੇਜਰੀਵਾਲ ਵਿਧਾਨ ਸਭਾ ਦੇ ਵਿੱਚ ਉੱਚੀ ਉੱਚੀ ਹੱਸੇ ਸਨ, ਜੋ ਕਿ ਬਹੁਤ ਗਲਤ ਗੱਲ ਹੈ। ਅਸੀਂ ਕੇਜਰੀਵਾਲ ਨੂੰ ਮੁਆਫ ਨਹੀਂ ਕਰ ਸਕਦੇ, ਜਿੰਨੀ ਦੇਰ ਤੱਕ ਮੁਆਫੀ ਨਹੀਂ ਮੰਗੇਗਾ ਚੈਨ ਨਾਲ ਨਹੀਂ ਜੀਣ ਦੇਾਂਗੇ। ਇੱਕ ਵਾਰ ਫਿਰ ਤੋਂ FIR ਹੋਣ ਤੋਂ ਬਾਅਦ ਵੀਡੀਓ ਜਾਰੀ ਕਰਕੇ ਕੇਜਰੀਵਾਲ ਨੂੰ ਸਿੱਧੀ ਚੇਤਾਵਨੀ ਤੇਜਿੰਦਰ ਬੱਗਾ ਦੇ ਵੱਲੋਂ ਦੇ ਦਿੱਤੀ ਗਈ ਹੈ। ਉਹ ਆਪਣੇ ਆਪ ਨੂੰ ਬਿਲਕੁਲ ਬੇਕਸੂਰ ਦੱਸ ਰਹੇ ਨੇ ਅਤੇ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ, ਇਸੇ ਕਰਕੇ ਹੀ ਸੱਤਾ ਦਾ ਦੁਰਉਪਯੋਗ ਕਰਕੇ ਮੇਰੇ ਤੇ ਇਹ ਪਰਚਾ ਦਰਜ ਕਰਵਾਇਆ ਗਿਆ ਹੈ, ਪਰ ਮੈਂ ਬਿਲਕੁਲ ਡਰਨ ਵਾਲਾ ਨਹੀਂ। ਅੱਗੇ ਵਧਦੇ ਹਾਂ। ਅਗਲੀ ਖਬਰ ਵੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਹੀ ਜੁੜੀ ਹੋਈ ਹੈ। ਗੁਜਰਾਤ ਦੇ ਵਿੱਚ ਭਗਵੰਤ ਮਾਨ ਦੇ ਨਾਲ ਰੋਡ ਸ਼ੋਅ ਕਰਨ ਪਹੁੰਚੇ ਸਨ ਅਰਵਿੰਦ ਕੇਜਰੀਵਾਲ। ਇਸ ਮੌਕੇ ਉਹਨਾਂ ਨੇ ਗੁਜਰਾਤ ਦੇ ਲੋਕਾਂ ਤੋਂ ਇੱਕ ਮੌਕਾ ਮੰਗਿਆ। ਕੀ ਕਹਿ ਕੇ ਮੌਕਾ ਮੰਗਿਆ? ਉਹਨਾਂ ਨੇ ਕਿਹਾ ਕਿ ਦਿੱਲੀ ਦੇ ਵਿੱਚ ਮੈਂ ਮੁੱਖ ਮੰਤਰੀ ਆ, ਮੈਂ ਭ੍ਰਿਸ਼ਟਾਚਾਰ ਖਤਮ ਕਰ ਦਿੱਤਾ ਹੈ ਦਿੱਲੀ ਦੇ ਵਿੱਚੋਂ, ਅਤੇ ਭਗਵੰਤ ਮਾਨ ਹੁਣ ਪੰਜਾਬ ਦਾ ਮੁੱਖ ਮੰਤਰੀ ਹੈ। 10 ਦਿਨਾਂ ਦੇ ਵਿੱਚ ਭਗਵੰਤ ਮਾਨ ਨੇ ਪੰਜਾਬ ਦੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ। ਕਹਿੰਦੇ ਨੇ ਕਿਤੇ ਤਹਿਸੀਲ ਦੇ ਵਿੱਚ ਚਲੇ ਜਾਓ, ਕਿਤੇ ਕਚਹਿਰੀ ਚਲੇ ਜਾਓ, ਕਿਸੇ ਵੀ ਸਰਕਾਰੀ ਦਫ਼ਤਰ ਦੇ ਵਿੱਚ ਚਲੇ ਜਾਓ, ਕੋਈ ਪੈਸਾ ਨਹੀਂ ਲੱਗਦਾ ਹੈ। ਇੱਕ ਵੀ ਪੈਸਾ ਰਿਸ਼ਵਤ ਦਿੱਤੇ ਬਿਨਾ ਹੁਣ ਪੰਜਾਬ ਦੇ ਵਿੱਚ ਸਾਰੇ ਕੰਮ ਹੋ ਜਾਂਦੇ ਨੇ। ਜੜ ਤੋਂ ਖਤਮ ਕਰ ਦਿੱਤਾ ਗਿਆ
ਗਿਆ ਹੈ ਭਗਵੰਤ ਮਾਨ ਦੇ ਵੱਲੋਂ ਪਹਿਲੇ 10 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚੋਂ ਭ੍ਰਿਸ਼ਟਾਚਾਰ। ਕਹਿੰਦੇ ਨੇ ਤੁਹਾਨੂੰ ਯਕੀਨ ਨਹੀਂ ਹੋ ਰਿਹਾ ਹੋਵੇਗਾ, ਪਰ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਇਦਾਂ ਹੀ ਕਰਦੀਆਂ ਨੇ। ਪਹਿਲੇ 10 ਦਿਨਾਂ ਦੇ ਵਿੱਚ ਭਗਵੰਤ ਮਾਨ ਨੇ ਪੰਜਾਬ ਦੇ ਵਿੱਚੋਂ ਰਿਸ਼ਵਤ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਹੈ। ਇਹ ਦਾਅਵਾ ਗੁਜਰਾਤ ਦੇ ਵਿੱਚ ਕੇਜਰੀਵਾਲ ਦੇ ਵੱਲੋਂ ਕਰ ਦਿੱਤਾ ਗਿਆ ਅਤੇ ਹੁਣ ਕਾਂਗਰਸ ਪਾਰਟੀ ਨੇ ਇਸ ਦਾਅਵੇ ਤੇ ਸਵਾਲ ਚੁੱਕ ਦਿੱਤੇ ਨੇ। ਕਾਂਗਰਸ ਦੇ ਭੁਲਾਤੋ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇੱਕ ਟਵੀਟ ਕੀਤਾ ਅਤੇ ਉਹਨਾਂ ਨੇ ਸਵਾਲ ਚੁੱਕੇ ਕੇਜਰੀਵਾਲ ਦੇ ਦਾਅਵੇ ਤੇ। ਕਹਿੰਦੇ ਨੇ ਇੰਨੇ ਵੱਡੇ ਸੰਵਿਧਾਨਕ ਅਹੁਦੇ ਤੇ ਬੈਠ ਕੇ ਬੰਦਾ ਝੂਠ ਬੋਲੇ ਇਹ ਸ਼ੋਭਾ ਨਹੀਂ ਦਿੰਦਾ ਹੈ। ਗੈਰ ਜ਼ਿੰਮੇਵਾਰ ਸਟੇਟਮੈਂਟ ਦਿੱਤੀ ਜਾ ਰਹੀ ਹੈ ਅਰਵਿੰਦ ਕੇਜਰੀਵਾਲ ਦੇ ਵੱਲੋਂ ਕਿ ਭ੍ਰਿਸ਼ਟਾਚਾਰ ਖਤਮ ਹੋ ਗਿਆ ਹੈ। ਸੁਖਪਾਲ ਖਹਿਰਾ ਨੇ ਇੱਥੇ ਖੁਲਾਸਾ ਕੀਤਾ ਕਿ ਜਿਹੜੀ ਐਂਟੀ ਕਰਪਸ਼ਨ ਹੈਲਪਲਾਈਨ ਜਾਰੀ ਕੀਤੀ ਗਈ ਸੀ ਭਗਵੰਤ ਮਾਨ ਦੇ ਵੱਲੋਂ, ਉਸ ਦੇ ਉੱਪਰ 1.5 ਲੱਖ ਤੋਂ ਵੱਧ ਸ਼ਿਕਾਇਤਾਂ ਪਹੁੰਚ ਚੁੱਕੀਆਂ ਨੇ ਅਤੇ ਉਹਨਾਂ 1.5 ਲੱਖ ਸ਼ਿਕਾਇਤਾਂ ਦੇ ਵਿੱਚੋਂ ਸਿਰਫ ਤੇ ਸਿਰਫ 3 ਦਾ ਹੀ ਨਿਬੇੜਾ ਹੋ ਸਕਿਆ ਹੈ। ਸਿਰਫ 3 ਦਾ ਹੀ ਨਿਪਟਾਰਾ ਹੋਇਆ ਹੈ, ਫਿਰ ਬਾਕੀਆਂ ਦਾ ਕੀ? ਵੱਡਾ ਦਾਅਵਾ ਇੱਥੇ ਖਹਿਰਾ ਦੇ ਵੱਲੋਂ ਇਹ ਕੀਤਾ ਗਿਆ ਕਿ ਕੋਈ ਭ੍ਰਿਸ਼ਟਾਚਾਰ ਖਤਮ ਨਹੀਂ ਹੋਇਆ ਹੈ। ਜਿਹੜੀ ਐਂਟੀ ਕਰਪਸ਼ਨ ਨੰਬਰ ਦੀ ਗੱਲ ਕਰਦੇ ਨੇ ਉੱਥੇ ਤਾਂ ਸਿਰਫ 3 ਸ਼ਿਕਾਇਤਾਂ ਦਾ ਹੀ ਨਿਪਟਾਰਾ ਹੋਇਆ ਹੈ ਅਤੇ 3 ਸ਼ਿਕਾਇਤਾਂ ਦੇ ਨਿਪਟਾਰੇ ਦੇ ਨਾਲ ਪੰਜਾਬ ਦੇ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰਨ ਦਾ ਦਾਅਵਾ ਜੋ ਅਰਵਿੰਦ ਕੇਜਰੀਵਾਲ ਦੇ ਵੱਲੋਂ ਕੀਤਾ ਜਾ ਰਿਹਾ ਹੈ ਉਹ ਬਹੁਤ ਗਲਤ ਦਾਅਵਾ ਕੀਤਾ ਜਾ ਰਿਹਾ ਹੈ। ਇਹ ਕਹਿਣ ਦੀ ਕੋਸ਼ਿਸ਼ ਇੱਥੇ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਕੀਤੀ ਗਈ ਹੈ। ਅਗਲੀ ਖਬਰ ਦੇ ਵੱਲ ਵਧਦੇ ਹਾਂ। ਅਗਲੀ ਖਬਰ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਨਾਲ जुड़ी हुई है। पंजाब दे विच लगातार गोलियां चल रही ने, लुट्टां खुआं हो रही ने, कतल किए जा रहे ने अते इन्हां दे विचों ज़्यादातर कतलां दा इल्जाम भी आम आदमी पार्टी के वर्करां अते लीडरां ते ही लग रहा है अते इह इल्जाम सिद्धे तौर ते विरोधी पार्टियां दे वल्लों भी लाए जाण लग पए ने। नवजोत सिंह सिद्धू अजकल पंजाब दी सियासत दे विच काफ़ी सरगर्म ने, एक्शन मोड दे विच आए हुए ने। सनौर दे विच कांग्रेसी वर्कर ते हमला कर दिता गया सी। इल्जाम लगा कि सनौर तो जिहड़े आम आदमी पार्टी के विधायक ने उन्हां दे रिश्तेदारां ने हमला कांग्रेसी वर्कर ते कीता है ते हुण कांग्रेसी वर्कर हस्पताल दे विच दाखिल है। उसदे घर पहुंचे नवजोत सिंह सिद्धू अते सिद्धे तौर ते उन्हां ने सरकार नूं अते प्रशासन नूं कहा कि कानून नूं जगाओ, कानून सुत्ता पिया है, इदां नहीं करना चाहिए शरेआम। ये तां बहुत माड़ी गल है। सड़कां ते घेर घेर के हमले कीते जा रहे हैं, बहुत माड़ी गल है। अते हुण नवजोत सिंह सिद्धू दे वल्लों एक होर अजिही घटना दा खुलासा कर दिता गया है। उन्होंने अपने ऑफिशियल फेसबुक पेज ते एक पोस्ट पाई है जिस दे विच वो दावा कर रहे ने कि पंजाब दे विच हुण जंगल राज आ गया है। सीधे तौर ते अपनी पोस्ट दे विच नवजोत सिंह सिद्धू ने लिखिया, पंजाब विच जंगल राज चल रहा है, गुंडागर्दी नूं पूरी खुल मिली हुई है। पिंड मबोके विखे 25 बंदियां ने कारज सिंह उपर गोलियां चलाइयां ते वो मौके ते ही मारिया गया। कानून का कोई डर नहीं रहा, सरकार कुंभकर्णी नींद सौ रही है। ये वड्डा दावा इत्थे नवजोत सिंह सिद्धू दे वल्लों कर दिता गया है कि पंजाब दे विच जंगल राज आ गया है, कोई भी किसी नूं भी मार दिंदा है ते हुण 25 बंदियां दे वल्लों कारज सिंह नां दे व्यक्ति उपर गोलियां चलाईयां गईयां अते उस नूं मौके ते ही मार दिता गया है। ये दावा इत्थे नवजोत सिंह सिद्धू दे वल्लों कर दिता गया है। दूजे पासे प्रगट सिंह भी मान सरकार ते सवाल चुक रहे ने। उन्होंने भी बीते दिन अपने ऑफिशियल फेसबुक पेज ते पोस्ट पाई अते सीधे तौर ते उन्होंने कहा कि पंजाब दे विच होई की जांदा है। कहंदे ने वो कहावत याद आ जाती है जिस दे विच कहा जाता है कि रोम सड़ रहा सी, नीरो बंसरी वजा रहा सी, भगवंत मान चरखा कत्तण ते लगे हुए ने अते पंजाब दा माहौल लगातार खराब हुंदा दिखाई दिंदा है। इस तरह विरोधी पार्टियां दे वल्लों मान सरकार नूं कानून व्यवस्था नूं लैके लगातार घेरे दे विच लिया जा रहा है। अगे वधदे आ। गल जेकर नवजोत सिंह सिद्धू की कीती है तो अगली खबर भी उन्हां दे नाल ही जुड़ी हुई है। एक पासे वो मान सरकार नूं घेरे विच लै रहे ने, उधर दूजे पासे कांग्रेस की हाई कमांड ते भी दबाव बनाउण दा दौर सिद्धू दे वल्लों लगातार जारी है। मीटिंगां ते मीटिंगां नवजोत सिंह सिद्धू दे वल्लों कीतीआं जा रहीआं ने अते हुण अज भी उन्हां दे वल्लों एक होर मीटिंग कांग्रेसी लीडरां दे नाल कर दित्ती गई है अते इस मीटिंग दे विच उन्हां दे नाल गुरजीत सिंह औजला भी वेखण नूं मिले ने। इस फोटो दे विच वेख्या जा सकता है कि कांग्रेस के कुछ अहुदेदार अते कुछ साबका विधायक उन्हां दे नाल मौजूद ने, जिवें कि सुनील दत्ती, डॉक्टर राजकुमार वेरका, ओपी सोनी, गुरजीत औजला अते इस तों इलावा इंद्रबीर सिंह बलारिया भी उन्हां दे नाल इस फोटो दे विच वेखे जा सकते ने। उस दे उपर नवजोत सिंह सिद्धू लिखदे ने, चल उठ जगा दे मोमबत्तियां, ये तां इत्थे वगदियां ही रहणीआं हवावां कुपत्तियां।
ਕਹਿਣ ਦਾ ਮਤਲਬ ਇਹ ਹੈ ਕਿ ਲਗਾਤਾਰ ਮੀਟਿੰਗਾਂ ਕਰਕੇ ਨਵਜੋਤ ਸਿੰਘ ਸਿੱਧੂ ਇਹ ਦਰਸਾ ਰਹੇ ਨੇ ਕਿ ਪੰਜਾਬ ਕਾਂਗਰਸ ਦੇ ਜ਼ਿਆਦਾਤਰ ਲੀਡਰ ਉਹਨਾਂ ਦੇ ਹੀ ਨਾਲ ਨੇ, ਕਿਉਂਕਿ ਇਸ ਵੇਲੇ ਪੰਜਾਬ ਕਾਂਗਰਸ ਦੇ ਵਿੱਚ ਕੋਈ ਵੀ ਲੀਡਰ ਇਸ ਤਰ੍ਹਾਂ ਦੀਆਂ ਮੀਟਿੰਗਾਂ ਨਹੀਂ ਕਰ ਰਿਹਾ। ਸਿਰਫ ਤੇ ਸਿਰਫ ਨਵਜੋਤ ਸਿੰਘ ਸਿੱਧੂ ਹੀ ਨੇ ਜਿਨ੍ਹਾਂ ਦੇ ਵੱਲੋਂ ਅਜਿਹੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ। ਹੁਣ ਕਾਂਗਰਸ ਤੇ ਡਿਪੈਂਡ ਕਰਦਾ ਹੈ, ਉਹਨਾਂ ਤੇ ਨਿਰਭਰ ਕਰਦਾ ਹੈ ਕਿ ਇਸ ਦਬਾਅ ਦੇ ਵਿੱਚ ਆ ਕੇ ਨਵਜੋਤ ਸਿੱਧੂ ਨੂੰ ਇੱਕ ਵਾਰ ਫਿਰ ਤੋਂ ਪ੍ਰਧਾਨ ਬਣਾਉਣਾ ਹੈ ਜਾਂ ਫਿਰ ਨਹੀਂ। ਅੱਗੇ ਵਧਦੇ ਆ, ਪੰਜਾਬ ਦੇ ਸਾਬਕਾ ਮੰਤਰੀਆਂ ਦੀ ਗੱਲ ਕਰ ਲੈਂਦੇ ਆ ਕਿ ਪੰਜਾਬ ਦੇ ਲੀਡਰ ਇੰਨੇ ਗਿਰ ਗਏ ਨੇ ਕਿ ਸਰਕਾਰੀ ਕੋਠੀਆਂ ਦੇ ਵਿੱਚੋਂ ਸਮਾਨ ਹੀ ਚੁੱਕ ਕੇ ਲੈ ਗਏ। ਇਹ ਸਵਾਲ ਕਿਉਂ ਉੱਠਿਆ ਹੈ? ਇਹ ਸਵਾਲ ਇਸ ਲਈ ਉੱਠਿਆ ਹੈ ਕਿਉਂਕਿ ਪੰਜਾਬੀ ਟ੍ਰਿਬਿਊਨ ਦੇ ਵਿੱਚ ਖਬਰ ਲੱਗੀ ਹੈ ਕਿ 2 ਸਾਬਕਾ ਮੰਤਰੀ ਆਪਣੀਆਂ ਸਰਕਾਰੀ ਕੋਠੀਆਂ ਖਾਲੀ ਕਰਨ ਵੇਲੇ ਵਿੱਚੋਂ ਸਮਾਨ ਚੁੱਕ ਕੇ ਲੈ ਗਏ। ਲੱਖਾਂ ਰੁਪਏ ਦਾ ਸਮਾਨ ਇਹਨਾਂ ਸਰਕਾਰੀ ਕੋਠੀਆਂ ਦੇ ਵਿੱਚੋਂ ਗਾਇਬ ਹੈ ਅਤੇ ਇਸ ਦੀ ਸ਼ਿਕਾਇਤ ਸਰਕਾਰ ਤੱਕ, ਲਿਖਤੀ ਸ਼ਿਕਾਇਤ ਸਰਕਾਰ ਤੱਕ ਪਹੁੰਚ ਗਈ ਹੈ। ਇਸ ਖਬਰ ਦੇ ਮੁਤਾਬਕ 2 ਮੰਤਰੀਆਂ ਦਾ ਨਾਮ ਸਾਹਮਣੇ ਆਇਆ ਹੈ। ਇੱਕ ਨੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਦੂਜੇ ਨੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਜਿਨ੍ਹਾਂ ਦੀਆਂ ਕੋਠੀਆਂ ਦੇ ਵਿੱਚੋਂ ਫਰਨੀਚਰ, ਕੁਰਸੀਆਂ, ਪੱਖੇ, ਫਰਿੱਜਾਂ ਅਤੇ LEDs ਵਗੈਰਾ ਵੀ ਗਾਇਬ ਹੋ ਚੁੱਕੀਆਂ ਨੇ ਅਤੇ ਉਹਨਾਂ ਦਾ ਕੁਝ ਵੀ ਪਤਾ ਨਹੀਂ ਹੈ। ਜੇਕਰ ਗੱਲ ਕੀਤੀ ਜਾਵੇ ਤਾਂ ਲੋਕ ਨਿਰਮਾਣ ਵਿਭਾਗ ਦੇ ਵੱਲੋਂ ਇਹ ਸ਼ਿਕਾਇਤ ਵਿਧਾਨ ਸਭਾ ਦੇ ਸਕੱਤਰੇਤ ਨੂੰ ਪੱਤਰ ਜਾਰੀ ਕਰਕੇ ਦਿੱਤੀ ਗਈ ਹੈ ਕਿ ਇਹਨਾਂ ਕੋਠੀਆਂ ਦੇ ਵਿੱਚੋਂ ਇਹ ਸਮਾਨ ਗਾਇਬ ਹੈ। ਜੇਕਰ ਗੱਲ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਚੋਂ ਗਾਇਬ ਹੋਏ ਸਮਾਨ ਦੀ ਕਰੀਏ ਤਾਂ ਉਸ ਦੇ ਵਿੱਚੋਂ ਇੱਕ ਡਾਈਨਿੰਗ ਟੇਬਲ ਗਾਇਬ ਹੈ, 10 ਕੁਰਸੀਆਂ ਗਾਇਬ ਨੇ, ਸਰਵਿਸ ਟਰਾਲੀ ਵੀ ਗਾਇਬ ਹੈ, ਸੋਫਾ ਵੀ ਗਾਇਬ ਹੈ ਇਸ ਦੇ ਵਿੱਚੋਂ। ਅਤੇ ਜੇਕਰ ਕਰੀਏ ਗੁਰਪ੍ਰੀਤ ਕਾਂਗੜ ਦੀ ਗੱਲ ਤਾਂ ਉੱਥੋਂ ਕੁਝ ਜ਼ਿਆਦਾ ਹੀ ਸਮਾਨ ਗਾਇਬ ਹੋ ਗਿਆ ਏ। ਉਸ ਦੇ ਵਿੱਚੋਂ ਇੱਕ ਫ੍ਰਿਜ ਜਿਸ ਦੀ ਕੀਮਤ 65,000 ਤੋਂ ਵੱਧ ਦੱਸੀ ਜਾਂਦੀ ਹੈ ਉਹ ਗਾਇਬ ਹੈ। ਇੱਕ ਹੋਰ ਫ੍ਰਿਜ ਜਿਹੜੀ ਕਿ 44,000 ਰੁਪਏ ਦੱਸੀ ਜਾਂਦੀ ਹੈ ਉਹ ਗਾਇਬ ਹੈ। 5 LED TV ਵੀ ਗਾਇਬ ਨੇ 43 ਇੰਚ ਦੇ, ਜਿਨ੍ਹਾਂ ਦੀ ਕੀਮਤ ਲਗਭਗ 3 ਲੱਖ ਰੁਪਏ ਬਣਦੀ ਹੈ, ਉਹ ਵੀ ਗਾਇਬ ਨੇ। ਇੱਕ ਹੀਟਰ ਗਾਇਬ ਹੈ ਜਿਹੜਾ ਕਿ 56,000 ਦਾ ਦੱਸਿਆ ਜਾਂਦਾ ਹੈ ਅਤੇ 6 ਹੀਟਰ ਹੋਰ ਵੀ ਗਾਇਬ ਨੇ ਜਿਹੜੇ ਕਿ 13,000 ਰੁਪਏ ਦੇ ਦੱਸੇ ਜਾ ਰਹੇ ਨੇ। ਇੱਕ ਹੋਰ ਹੀਟਰ ਗਾਇਬ ਹੈ ਜਿਹੜਾ ਕਿ 800 ਰੁਪਏ ਦਾ ਹੈ। ਇਸ ਤਰ੍ਹਾਂ ਛੋਟੀਆਂ-ਛੋਟੀਆਂ ਚੀਜ਼ਾਂ ਜਿਨ੍ਹਾਂ ਦੀ ਕੀਮਤ ਹਜ਼ਾਰਾਂ ਰੁਪਏ ਦੇ ਵਿੱਚ, ਜਿਵੇਂ ਕਿ 5 ਪੱਖੇ ਵੀ ਗਾਇਬ ਨੇ ਜਿਨ੍ਹਾਂ ਦੀ ਕੁੱਲ ਕੀਮਤ 8,000 ਰੁਪਏ ਬਣਦੀ ਹੈ, ਉਹ ਇਹਨਾਂ ਸਰਕਾਰੀ ਮੰਤਰੀਆਂ, ਸਾਬਕਾ ਮੰਤਰੀਆਂ ਦੀਆਂ ਕੋਠੀਆਂ ਦੇ ਵਿੱਚੋਂ ਗਾਇਬ ਨੇ। ਖਬਰ ਦੇ ਵਿੱਚ ਲਿਖਿਆ ਗਿਆ ਹੈ ਕਿ ਮਨਪ੍ਰੀਤ ਬਾਦਲ ਨੂੰ ਫੋਨ ਕੀਤਾ ਗਿਆ, ਉਹਨਾਂ ਨੇ ਫੋਨ ਨਹੀਂ ਚੁੱਕਿਆ। ਗੁਰਪ੍ਰੀਤ ਕਾਂਗੜ ਕਹਿੰਦੇ ਨੇ ਕਿ ਅਜੇ ਮੈਂ ਕੋਠੀ ਖਾਲੀ ਨਹੀਂ ਕੀਤੀ ਹੈ, ਅਜੇ ਖਾਲੀ ਕਰਨੀ ਹੈ, ਕੋਈ ਗੱਲ ਨਹੀਂ ਸਮਾਨ ਪੂਰਾ ਕਰਕੇ ਹੀ ਦੇਵਾਂਗੇ, ਅਜੇ ਕੋਠੀ ਦੀਆਂ ਚਾਬੀਆਂ ਮੇਰੇ ਕੋਲ ਹੀ ਨੇ, ਅਜਿਹਾ ਨਾ ਸੋਚੋ ਕਿ ਸਮਾਨ ਗਾਇਬ ਹੋ ਗਿਆ ਹੈ, ਕੋਈ ਗੱਲ ਨਹੀਂ ਸਮਾਨ ਸਾਰਾ ਮਿਲਾ ਕੇ ਹੀ ਦੇਵਾਂਗੇ, ਜਿੰਨਾ ਸਮਾਨ ਮੈਂ ਬੈਠਾ ਸੀ ਇੱਥੇ ਆ ਕੇ ਉਹਨਾਂ ਹੀ ਸਮਾਨ ਹੁਣ ਛੱਡਣ ਵੇਲੇ ਵੀ ਕਰਕੇ ਦੇਵਾਂਗਾ, ਕੋਈ ਵੀ ਇਸ ਦੇ ਵਿੱਚ ਜ਼ਿਆਦਾ ਗੱਲ ਨਹੀਂ ਹੈ। ਪਰ ਮਨਪ੍ਰੀਤ ਬਾਦਲ ਦਾ ਪੱਖ ਅਜੇ ਤੱਕ ਸਾਹਮਣੇ ਨਹੀਂ ਆਇਆ। ਪੰਜਾਬੀ ਟ੍ਰਿਬਿਊਨ ਦੀ ਇਸ ਖਬਰ ਦੇ ਵਿੱਚ ਇੰਨਾ ਵੱਡਾ ਖੁਲਾਸਾ ਕੀਤਾ ਗਿਆ ਹੈ ਕਿ ਪੰਜਾਬ ਦੇ ਲੀਡਰ ਇੱਥੋਂ ਤੱਕ ਵੀ ਜਾ ਸਕਦੇ ਨੇ ਕਿ ਫਰਿੱਜਾਂ ਚੁੱਕ ਕੇ ਲੈ ਜਾਂਦੇ ਨੇ, ਕੁਰਸੀਆਂ ਚੁੱਕ ਕੇ ਲੈ ਜਾਂਦੇ ਨੇ, ਸੋਫੇ ਪੱਖੇ ਲਾ ਕੇ ਲੈ ਜਾਂਦੇ ਨੇ। ਇਹ ਖਬਰ ਤਾਂ ਇਹੀ ਕੁਝ ਕਹਿੰਦੀ ਹੈ। ਹੁਣ ਸੱਚ ਕੀ ਨਿਕਲਦਾ ਹੈ ਇਹ ਤਾਂ ਦੋਵੇਂ ਮੰਤਰੀ ਹੀ ਦੱਸ ਸਕਦੇ ਨੇ। ਅੱਗੇ ਵਧਦੇ ਹਾਂ, ਗੱਲ ਗੌਤਮ ਅਡਾਨੀ ਦੀ ਕਰ ਲੈਂਦੇ ਹਾਂ, ਜਿਨ੍ਹਾਂ ਦੀ ਕਿ ਮੋਦੀ ਰਾਜ ਦੇ ਵਿੱਚ ਬੱਲੇ ਬੱਲੇ ਹੋਈ ਪਈ ਹੈ। ਨਰਿੰਦਰ ਮੋਦੀ ਦੇ ਦੋਸਤ ਮੰਨੇ ਜਾਂਦੇ ਨੇ ਅੰਬਾਨੀ ਅਤੇ ਅਡਾਨੀ। ਅੰਬਾਨੀ ਪਿੱਛੇ ਰਹਿ ਗਏ ਨੇ ਅਡਾਨੀ ਤੋਂ, ਪਰ ਗੌਤਮ ਅਡਾਨੀ ਦੀ ਜਾਇਦਾਦ ਇੰਨੀ ਜ਼ਬਰਦਸਤ ਸਪੀਡ ਦੇ ਨਾਲ ਵੱਧ ਰਹੀ ਹੈ ਕਿ ਉਹ ਦੁਨੀਆ ਦੇ 10 ਸਭ ਤੋਂ ਜ਼ਿਆਦਾ ਅਮੀਰ ਲੋਕਾਂ ਦੀ ਸੂਚੀ ਦੇ ਵਿੱਚ ਪਹੁੰਚ ਗਏ ਨੇ। 10ਵੇਂ ਨੰਬਰ ਤੇ ਪਹੁੰਚ ਗਏ ਨੇ ਦੁਨੀਆ ਦੇ ਸਭ ਤੋਂ ਅਮੀਰਾਂ ਦੇ ਵਿੱਚ, ਜਦ ਕਿ ਕੁਝ ਸਮਾਂ ਪਹਿਲਾਂ ਤੱਕ ਹੀ, ਕੁਝ ਮਹੀਨੇ ਪਹਿਲਾਂ ਤੱਕ ਹੀ ਉਹ ਬਹੁਤ ਦੂਰ ਸਨ ਅਤੇ ਹੁਣ ਇੱਕਦਮ ਹੀ ਉਹਨਾਂ ਦੀ ਸੰਪਤੀ ਜਾਇਦਾਦ ਇੰਨੀ ਵੱਧ ਗਈ ਹੈ ਕਿ 100 ਅਰਬ ਡਾਲਰ ਵੀ ਪਾਰ ਕਰ ਗਈ ਹੈ ਉਹਨਾਂ ਦੀ ਜਾਇਦਾਦ ਅਤੇ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਦੇ ਵਿੱਚ 10ਵੇਂ ਨੰਬਰ ਤੇ ਗੌਤਮ ਅਡਾਨੀ ਪਹੁੰਚ ਗਏ ਨੇ ਅਤੇ ਮੰਨਿਆ ਜਾ ਰਿਹਾ ਹੈ ਕਿ ਜੇਕਰ ਇਸੇ ਤਰੀਕੇ ਨਾਲ ਹੀ ਮਿਹਰ ਭਰਿਆ ਹੱਥ ਉਹਨਾਂ ਤੇ ਬਣਿਆ ਰਿਹਾ ਤਾਂ ਉਹ ਇਸ ਲਿਸਟ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਟੌਪ ਵੀ ਕਰ ਸਕਦੇ ਨੇ। ਅੱਗੇ ਵਧਦੇ ਹਾਂ, ਗੱਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਕਰ ਲੈਂਦੇ ਹਾਂ। ਪਾਕਿਸਤਾਨ ਦੇ ਵਿੱਚ संकट आया है, सियासी संकट आया है क्योंकि इमरान सरकार अल्पमत ਦੇ ਵਿੱਚ ਆ ਗਈ ਸੀ, ਭਾਵ ਉਸਦੇ ਕੋਲ ਬਹੁਮਤ ਨਹੀਂ ਰਹਿ ਗਈ ਸੀ, ਘੱਟ ਗਿਣਤੀ ਦੇ ਵਿੱਚ ਸਰਕਾਰ ਪਹੁੰਚ ਗਈ ਸੀ। ਪਾਰਲੀਮੈਂਟ ਦੇ ਵਿੱਚ ਉਹਨਾਂ ਦੇ ਖਿਲਾਫ ਬੇਭਰੋਸਗੀ ਮਤਾ ਲਿਆਂਦਾ ਗਿਆ ਸੀ, ਪਰ VOTING ਤੋਂ ਪਹਿਲਾਂ ਹੀ ਸਪੀਕਰ ਦੇ ਵੱਲੋਂ ਇਹ ਮਤਾ ਹੀ ਖਾਰਜ ਕਰ ਦਿੱਤਾ ਗਿਆ। ਇਮਰਾਨ ਖਾਨ ਨੇ ਹੁਣ ਪਾਕਿਸਤਾਨ ਦੇ ਰਾਸ਼ਟਰਪਤੀ ਨੂੰ ਇਹ ਕਿਹਾ ਹੈ ਕਿ ਅਸੈਂਬਲੀ ਹੀ ਭੰਗ ਕਰ ਦਿਓ।
ਦੁਬਾਰਾ ਵੋਟਾਂ ਕਰਵਾ ਲੈਂਦੇ ਆ। ਅਤੇ ਹੁਣ ਖਬਰਾਂ ਆ ਰਹੀਆਂ ਨੇ ਕਿ ਰਾਸ਼ਟਰਪਤੀ ਦੇ ਵੱਲੋਂ ਅਸੈਂਬਲੀ ਨੂੰ ਭੰਗ ਕਰ ਦਿੱਤਾ ਗਿਆ ਹੈ ਅਤੇ ਹੁਣ ਪਾਕਿਸਤਾਨ ਦੇ ਵਿੱਚ ਦੁਬਾਰਾ ਵੋਟਾਂ ਹੋਣਗੀਆਂ ਅਤੇ ਨਵੀਂ ਸਰਕਾਰ ਚੁਣੀ ਜਾਵੇਗੀ। ਹੁਣ ਨਵੀਂ ਸਰਕਾਰ ਦੇ ਵਿੱਚ ਪ੍ਰਧਾਨ ਮੰਤਰੀ ਬਣਦਾ ਕੌਣ ਹੈ, ਕਿਉਂਕਿ ਪੱਕਾ ਪਤਾ ਲੱਗ ਗਿਆ ਹੈ ਕਿ ਇੱਕ ਪਾਸੇ ਹੋਣਗੇ ਇਮਰਾਨ ਖਾਨ ਅਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਹੋਣਗੇ ਸ਼ਹਿਬਾਜ਼ ਸ਼ਰੀਫ, ਕਿਉਂਕਿ ਵਿਰੋਧੀ ਧਿਰ ਦੇ ਵੱਲੋਂ ਉਹਨਾਂ ਨੂੰ ਹੀ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਅੱਗੇ ਕੀਤਾ ਜਾ ਰਿਹਾ ਸੀ। ਪਰ ਐਨ ਮੌਕੇ ਤੇ ਇਮਰਾਨ ਖਾਨ ਬਾਜ਼ੀ ਮਾਰ ਗਏ ਅਤੇ ਹੁਣ ਪਾਕਿਸਤਾਨ ਦੇ ਵਿੱਚ ਦੁਬਾਰਾ ਵੋਟਾਂ ਹੋ ਸਕਦੀਆਂ ਨੇ, ਉਹ ਵੀ ਛੇਤੀ ਹੀ। ਇਹ ਸਨ ਕੁਝ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਬਹੁਤ ਜ਼ਰੂਰੀ ਸਨ। ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਜਾਂ ਫਿਰ ਪੰਜਾਬੀ ਪ੍ਰਾਈਮ ਟਾਈਮ ਬਾਰੇ ਤੁਹਾਡੀ ਕੋਈ ਵੀ ਰਾਏ ਜਾਂ ਸੁਝਾਅ ਹੈ ਤਾਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ। ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਫੇਸਬੁੱਕ ਤੇ ਪੇਜ ਲਾਈਕ ਕਰ ਲਓ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰ ਹਾਜ਼ਰ ਹੋਵਾਂਗਾ। ਤੁਸੀਂ ਦੇਖਦੇ ਰਹੋ ਦ ਪੰਜਾਬ ਟੀਵੀ, ਹਰ ਖਬਰ ਦਾ ਸੱਚ।